Now we are moved to our next topic, that is stoichiometry of chemical reaction। ਕੀ ਹੁੰਦੀ ਹੈ stoichiometry? देखो ਹੁਣ फॉर एग्जाम्पल कोई भी अपने को इक्वेजन दी हुई है N2 + 3H2 की बन रहा अपने को 2NH3 मीनज नाइट्रोजन रिएक्ट विद हाइड्रोजन टू गिव अमोनीया। ਹੁਣ ਜਿਹੜਾ ਆਪਣੇ ਕੋਲ ਨੀਚੇ ਲਿਖਿਆ ਹੁੰਦਾ दैट इज़ नंबर ऑफ एटम्स, ਜਿਹੜਾ ਅੱਗੇ ਲਿਖਿਆ ਹੁੰਦਾ दैट इज़ नोन एज नंबर ऑफ मोल्स। ਜਿਹੜੇ ਆਪਣੇ ਕੋਲ ਅੱਗੇ ਲਿਖੇ ਹੁੰਦੇ ਨੇ ਆਪਣੇ ਕੋਲ ਆਹ ਵਾਲੇ ਜਿਹਨੂੰ ਆਪਾਂ ਕੀ ਕਹਿੰਦੇ ਆ ਨੰਬਰ ਆਫ ਮੋਲ, ਦੀਸ ਆਰ ਨੋਨ ਐਜ਼ ਸਟਾਈਕਿਓਮੈਟਰੀ ਆਫ ਕੈਮੀਕਲ ਰਿਐਕਸ਼ਨ। ਹੁਣ ਸਟਾਈਕਿਓਮੈਟਰੀ ਆਪਾਂ ਯੂਜ਼ ਕਿਉਂ ਕਰਦੇ ਹਾਂ? ਟੂ ਸੈਟਿਸਫਾਈ ਦਾ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, ਦੈਟ ਮੀਨਸ ਦਾ ਮਾਸ ਆਫ ਦਾ ਰਿਐਕਟੈਂਟ ਸ਼ੁੱਡ ਬੀ ਇਕੁਅਲ ਟੂ ਦਾ ਮਾਸ ਆਫ ਦਾ ਪ੍ਰੋਡਕਟਸ। ਹੁਣ ਦੇਖੋ ਅਕੋਰਡਿੰਗ ਟੂ ਇਹਦੇ ਬੇਸ 'ਤੇ ਆਪਾਂ ਨੂੰ ਕੁਐਸਚਨਸ ਆ ਸਕਦੇ ਨੇ ਕੈਲਕੂਲੇਸ਼ਨ ਬੇਸਡ ਔਨ ਸਟਾਈਕਿਓਮੈਟਰੀ ਆਫ ਰਿਐਕਸ਼ਨ। ਤਿੰਨ ਤਰ੍ਹਾਂ ਦੇ ਕੁਐਸਚਨ ਇਹਦੇ ਵਿੱਚੋਂ ਆ ਸਕਦੇ ਨੇ। ਫਸਟ ਹੈ ਮਾਸ ਰਿਐਕਸ਼ਨ। ਫॉर एग्जांपल देखो ਕਾਰਬਨ ਰਿਐਕਟ ਕਰ ਰਿਹਾ ਆਪਣੇ ਕੋਲ ਆਕਸੀਜਨ ਦੇ ਨਾਲ, ਕੀ ਬਣ ਰਿਹਾ ਕਾਰਬਨ ਡਾਈਆਕਸਾਈਡ। ਇਹਦੇ ਵਿੱਚੋਂ ਕੁਐਸਚਨ ਕਿੱਦਾਂ ਆ ਸਕਦਾ ਹੈ? ਹਾਊ ਮਚ ਕਾਰਬਨ ਡਾਈਆਕਸਾਈਡ ਇਜ਼ ਪ੍ਰੋਡਿਊਸਡ ਇਫ 24 ਗ੍ਰਾਮ ਆਫ ਕਾਰਬਨ ਰਿਐਕਟ ਵਿਦ ਆਕਸੀਜਨ। ਦੇਖੋ ਇਕੁਏਸ਼ਨ ਕੀ ਸੀਗੀ ਆਪਣੇ ਕੋਲ ਕਾਰਬਨ ਪਲੱਸ ਆਕਸੀਜਨ ਕੀ ਬਣ ਰਿਹਾ CO2। ਅਕੋਰਡਿੰਗ ਟੂ ਕੁਐਸਚਨ 24 ਗ੍ਰਾਮ ऑफ कार्बन रिएक्ट विद ऑक्सीजन अगर करेगा तो अपन किन्नी अमाउंट कार्बन डाइऑक्साइड की मिलेगी। हुण देखो मास है तो इत्थे आपां की यूज करांगे मास ऑफ द एटम्स और कंपाउंड। देखो एटॉमिक मास ऑफ कार्बन किन्ना अपने को 12। ऑक्सीजन की तो उरे गल ही नहीं हो रही, सिर्फ कार्बन तो कार्बन डाइऑक्साइड की गल हो रही है। तो कार्बन डाइऑक्साइड का मास अगर कैलकुलेट करांगे किन्ना आ जाएगा अपने को 44। अकॉर्डिंग टू इक्वेशन देखो 12 ग्राम ऑफ कार्बन, अकॉर्डिंग टू इक्वेशन 12 ग्राम ऑफ कार्बन किन्ने ग्राम अपन कार्बन डाइऑक्साइड दे रहे हैं 44 ग्राम, क्योंकि मास किन्ने कार्बन का 12 कार्बन डाइऑक्साइड का 44 मीनज 12 ग्राम अपन 44 ग्राम ऑफ CO2 दे रहे हैं। 1 ग्राम किन्ना देगा 12, उधर जाके की हो जाएगा डिवाइड, आप कैलकुलेट किन्ने लिए करना 24 ग्राम, दैट मीनज 24 ग्राम ऑफ कार्बन किन्ना देगा 44 अपॉन 12 इंटू 24, कैलकुलेट करके कितना आ जाएगा अपने को 88 ग्राम ऑफ CO2। सेकेंड टाइप दैट इज़ मोल रिलेशन ਜਾਂ रिएक्शन। ਹੁਣ देखो फॉर एग्जांपल नाइट्रोजन रिएक्ट विद हाइड्रोजन गिव 2 मोल्स ऑफ अमोनीया। ਹੁਣ ਇੱਥੇ ਮੋਲ ਦੀ ਗੱਲ ਹੋ ਰਹੀ ਹੈ ਤਾਂ 1 ਮੋਲ ਆਫ ਨਾਈਟ੍ਰੋਜਨ ਰਿਐਕਟ ਵਿਦ 3 ਮੋਲ ਆਫ ਹਾਈਡਰੋਜਨ ਟੂ ਗਿਵ 2 ਮੋਲ ਆਫ ਅਮੋਨੀਆ। ਇਹਦੇ ਵਿੱਚੋਂ ਕੁਐਸਚਨ ਕਿੱਦਾਂ ਆ ਸਕਦਾ? ਹਾਊ ਮਚ ਅਮੋਨੀਆ ਇਜ਼ ਪ੍ਰੋਡਿਊਸਡ ਇਫ 0.3 ਮੋਲ ਆਫ ਹਾਈਡਰੋਜਨ ਇਜ਼ ਰਿਐਕਟ। ਇੱਥੇ ਨਾਈਟ੍ਰੋਜਨ ਦੀ ਗੱਲ ਨਹੀਂ ਹੋ ਰਹੀ, ਸਿਰਫ ਕਿਹਦੀ ਹੋ ਰਹੀ ਹੈ ਹਾਈਡਰੋਜਨ ਤੇ ਅਮੋਨੀਆ ਦੀ। ਦੇਖੋ ਅਕੋਰਡਿੰਗ ਟੂ ਕੁਐਸਚਨ ਨਾਈਟ੍ਰੋਜਨ ਰਿਐਕਟ ਵਿਦ ਹਾਈਡਰੋਜਨ ਕੀ ਬਣ ਰਿਹਾ ਆਪਣੇ ਕੋਲ ਅਮੋਨੀਆ। ਅਮੋਨੀਆ ਦੀ ਜਿਹੜੀ ਵੈਲਿਊ ਆ ਫਾਈਂਡ ਆਊਟ ਕਰਨੀ ਹੈ, ਕਿੰਨੇ ਮੋਲਸ ਹੋ ਰਹੇ ਨੇ ਹਾਈਡਰੋਜਨ ਦੇ ਰਿਐਕਟ 0.3 ਮੋਲਸ। ਹੁਣ ਅਕੋਰਡਿੰਗ ਟੂ ਕੁਐਸਚਨ ਦੇਖੋ 3 ਮੋਲਸ ਆਫ ਹਾਈਡਰੋਜਨ ਆਪਾਂ ਨੂੰ ਕਿੰਨੇ ਮੋਲ ਦੇ ਰਹੇ ਨੇ ਅਮੋਨੀਆ ਦੇ 2 moles of ammonia, that means 3 moles of hydrogen gave us 2 moles of NH3। 1 mole कितना देगा और जेड़ा 3 है उधर जाके की हो जाएगा डिवाइड 2/3। कैलकुलेशन किन्ने लिए करनी है 0.3 मोल किन्ने देगा अपन 2/3 इंटू 0.5, कैलकुलेट करके कितना आ जाएगा 0.2 मोल्स। देखो 3 मोल ऑफ हाइड्रोजन गेव 2 मोल्स ऑफ अमोनिया, 1 मोल कितना देगा 2/3। 0.3 लिए कैलकुलेट करना तो अपने को कितना आ जाएगा 2/3 इंटू 0.3, कैलकुलेट करके कितना आ जाएगा अपने को 0.2 मोल। एंड द लास्ट एंड थर्ड टाइप दैट इज़ मोल वॉल्यूम रिलेशन। मीनज अपने को एक मोल दे विच होएगा एक वॉल्यूम दे विच होएगा, दोनों दे विच रिलेशन। देखो फॉर एग्जांपल 2 KClO3 ऑन डिसोसीएशन गिव KCl प्लस ऑक्सीजन। ਇਹਦੇ ਵਿੱਚੋਂ ਕੁਐਸਚਨ ਕਿੱਦਾਂ ਆ ਸਕਦਾ? ਵਟ ਵੋਲੀਅਮ ਆਫ ਆਕਸੀਜਨ ਇਜ਼ ਪ੍ਰੋਡਿਊਸਡ ਇਫ 0.5 ਮੋਲਸ ਆਫ KClO3 ਇਜ਼ ਡੀਕੰਪੋਜ਼। ਹੁਣ ਦੇਖੋ ਵੋਲੀਅਮ ਕੈਲਕੂਲੇਟ ਕਰਨੇ ਨੇ, ਦਿੱਤਾ ਕੀ ਹੋਇਆ ਆਪਾਂ ਨੂੰ ਮੋਲਸ। ਅਕੋਰਡਿੰਗ ਟੂ ਇਕੁਏਸ਼ਨ ਆਪਣੇ ਕੋਲ 2 KClO3 ਔਨ डिसोसीएशन गिव 2 KCl प्लस 3O2। देखो क्वेश्चन ਦੇ ਅਕੋਰਡਿੰਗ 2 मोल्स ऑफ KClO3 ਆਪਾਂ ਨੂੰ ਕਿੰਨੇ फाइंड की करना 0. वट वॉल्यूम ऑफ ऑक्सीजन का फाइंड आउट करनी है। हम देखो 2 मोल्स ऑफ KClO3
ਆਪਾਂ ਨੂੰ ਕਿੰਨੇ ਮੋਲਸ ਆਕਸੀਜਨ ਦੇ ਰਹੇ ਆ 3 ਮੋਲਸ। ਠੀਕ ਹੈ, ਹੁਣ ਇੱਥੇ ਆਪਾਂ ਕੈਲਕੂਲੇਟ ਕੀ ਕਰਨਾ ਵੋਲੀਅਮ। ਜਦੋਂ ਆਪਾਂ ਵੋਲੀਅਮ ਕੈਲਕੂਲੇਟ ਕਰਦੇ ਹੁੰਦੇ ਆ ਤਾਂ ਗੈਸ ਦੇ ਨਾਲ ਮਲਟੀਪਲਾਈ ਕਰਦੇ ਹਾਂ ਕੌਨਸਟੈਂਟ ਵੈਲਿਊ, ਦੈਟ ਮੀਨਸ 22.4 ਲੀਟਰ, ਬਿਕੋਜ਼ 1 ਮੋਲ ਦੇ ਵਿੱਚ ਆਪਣੇ ਕੋਲ ਕਿੰਨੀ ਹੁੰਦੀ ਹੈ 22.4 ਲੀਟਰ ਆਫ ਐਨੀ ਗੈਸ। ਇੱਥੇ ਕਿੰਨੇ ਮੋਲਸ ਨੇ 3, ਤਾਂ ਕਿੰਨੇ ਨਾਲ ਮਲਟੀਪਲਾਈ ਕਰ ਦਾਂਗੇ 3 ਮੋਲਸ। ਦੇਖੋ 2 ਮੋਲਸ ਆਫ KClO3 ਆਪਾਂ ਨੂੰ ਕਿੰਨੇ ਮੋਲ ਦੇ ਰਿਹਾ 3 × 22.4 ਲੀਟਰ ਆਫ ਆਕਸੀਜਨ। 1 ਮੋਲ ਕਿੰਨੇ ਦੇਗਾ ਆ 2 ਉਧਰ ਜਾ ਕੇ ਕੀ ਹੋ ਜਾਏਗਾ ਡਿਵਾਈਡ, ਦੈਟ ਮੀਨਸ 3 × 22.4 ਅਪੋਨ 2। ਕੈਲਕੂਲੇਟ ਕਿੰਨੇ ਲਈ ਕਰਨਾ 0.5 ਮੋਲਸ ਲਈ, ਤਾਂ 3 × 22.4 ਅਪੋਨ 2 × 0.5, ਕੈਲਕੂਲੇਟ ਕਰਕੇ ਕਿੰਨਾ ਆ ਜਾਏਗਾ 16.8 ਲੀਟਰ। ਨੈਕਸਟ ਟੌਪਿਕ ਹੈ ਦੈਟ ਇਜ਼ ਲਿਮਿਟਿੰਗ ਰੀਏਜੈਂਟ। ਫੋਰ ਐਗਜ਼ਾਮਪਲ ਇਹਨੂੰ ਸਮਝਣ ਦੇ ਲਈ ਦੇਖੋ, ਫੋਰ ਐਗਜ਼ਾਮਪਲ ਆਪਾਂ ਬਰਨਿੰਗ ਆਫ ਪੇਪਰ, ਅਗਰ ਪੇਪਰ ਨੂੰ ਬਰਨ ਕਰੀਏ ਤਾਂ ਠੀਕ ਹੈ ਪੇਪਰ ਬਰਨ ਹੋ ਜਾਏਗਾ। ਜਦੋਂ ਪੇਪਰ ਬਰਨ ਹੋ ਜਾਏਗਾ ਥੋੜ੍ਹੇ ਟਾਈਮ ਬਾਅਦ ਜਦੋਂ ਪੇਪਰ ਖਤਮ ਹੋ ਗਿਆ ਤਾਂ ਰਿਐਕਸ਼ਨ ਕੀ ਹੋ ਜਾਏਗੀ ਆਪਣੇ ਕੋਲ ਖਤਮ ਹੋ ਜਾਏਗੀ, ਰੁਕ ਜਾਏਗੀ ਰਿਐਕਸ਼ਨ। ਉਹ ਵਾਲੇ ਸਬਸਟਾਂਸ ਜਾਂ ਉਹ ਵਾਲੀਆਂ ਸਪੀਸ਼ੀਜ਼ ਜਿਹੜੀਆਂ ਰਿਐਕਸ਼ਨ ਦੇ ਥਰੂ ਖਤਮ ਹੋ ਜਾਂਦੀਆਂ ਨੇ ਉਹਨੂੰ ਕੀ ਕਹਿੰਦੇ ਆਪਾਂ ਲਿਮਿਟਿੰਗ ਰੀਏਜੈਂਟ। ਜਿਹੜੇ ਰਿਐਕਸ਼ਨ ਤੋਂ ਬਾਅਦ ਬਚ ਜਾਂਦੀਆਂ ਨੇ ਉਹਨੂੰ ਕੀ ਕਹਿੰਦੇ ਆਪਾਂ ਐਕਸੈਸਿਵ ਰੀਏਜੈਂਟ। ਫੋਰ ਐਗਜ਼ਾਮਪਲ ਦੇਖੋ, ਮੰਨ ਲਓ ਆਪਾਂ ਪੇਪਰ ਨੂੰ ਆਕਸੀਜਨ ਦੇ ਨਾਲ ਬਰਨ ਕੀਤਾ, ਠੀਕ ਹੈ, ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਬਰਨ ਕੀਤਾ, ਆਪਣੇ ਕੋਲ ਪਿੱਛੇ ਕੀ ਰਹਿ ਜਾਂਦਾ ਸਿਰਫ ਐਸ਼, ਮੀਨਸ ਆਪਣੇ ਕੋਲ ਨਥਿੰਗ ਲੈਫਟ ਬਿਹਾਈਂਡ। ਹੁਣ ਦੇਖੋ ਇਟ ਇਜ਼ ਦਾ ਰਿਐਕਟੈਂਟ ਵਿਚ ਇਜ਼ ਕੰਪਲੀਟਲੀ ਕੰਜ਼ਿਊਮਡ ਡਿਊਰਿੰਗ ਦਾ ਰਿਐਕਸ਼ਨ। ਉਹ ਵਾਲੇ ਰਿਐਕਟੈਂਟਸ ਜਿਹੜੇ ਕੰਪਲੀਟਲੀ ਕੰਜ਼ਿਊਮ ਹੋ ਜਾਂਦੇ ਨੇ ਰਿਐਕਸ਼ਨ ਦੇ ਥਰੂ ਆਊਟ, ਉਹਨੂੰ ਕੀ ਕਹਿੰਦੇ ਆਪਾਂ ਲਿਮਿਟਿੰਗ ਰੀਏਜੈਂਟ। ਵੇਅਰ ਐਜ਼ ਦਾ ਰਿਐਕਟੈਂਟ ਵਿਚ ਇਜ਼ ਲੈਫਟ ਬਿਹਾਈਂਡ ਆਫਟਰ ਦਾ ਰਿਐਕਸ਼ਨ, ਜਿਹੜੇ ਰਿਐਕਸ਼ਨ ਤੋਂ ਬਾਅਦ ਬਚ ਜਾਂਦੇ ਨੇ ਉਹਨੂੰ ਕੀ ਕਹਿੰਦੇ ਆਪਾਂ ਐਕਸੈਸਿਵ ਰੀਏਜੈਂਟ। ਐਗਜ਼ਾਮਪਲ ਪੇਪਰ ਇਨ ਦਾ ਪ੍ਰੈਜ਼ੈਂਸ ਆਫ ਆਕਸੀਜਨ, ਅਗਰ ਬਰਨ ਕਰੀਏ ਤਾਂ ਆਪਣੇ ਕੋਲ ਨਥਿੰਗ ਲੈਫਟ ਬਿਹਾਈਂਡ। ਹੁਣ ਦੇਖੋ ਪੇਪਰ ਹੈ, ਪੇਪਰ ਥੋੜ੍ਹੇ ਟਾਈਮ ਬਾਅਦ ਕੀ ਹੋ ਜਾਏਗਾ ਖਤਮ ਹੋ ਜਾਏਗਾ। ਪੇਪਰ ਖਤਮ ਹੋ ਗਿਆ ਤਾਂ ਇਟ ਮੀਨਸ ਇਟ ਇਜ਼ ਲਿਮਿਟਿੰਗ ਰੀਏਜੈਂਟ। ਆਕਸੀਜਨ ਕਿੱਥੋਂ ਮਿਲਦੀ ਹੈ ਆਪਾਂ ਨੂੰ ਨੇਚਰ ਤੋਂ, ਇਟ ਕੈਨ ਨਾਟ ਬੀ ਕੰਜ਼ਿਊਮ, ਕਦੇ ਵੀ ਕੰਜ਼ਿਊਮ ਨਹੀਂ ਹੁੰਦੀ ਹੈ ਸਾਰੀ, ਤਾਂ ਇਹ ਕੀ ਹੋ ਗਿਆ ਆਪਣੇ ਕੋਲ ਐਕਸੈਸਿਵ ਰੀਏਜੈਂਟ। ਠੀਕ ਹੈ, ਤਾਂ ਪੇਪਰ ਕੀ ਹੋ ਗਿਆ ਲਿਮਿਟਿੰਗ ਰੀਏਜੈਂਟ, ਆਕਸੀਜਨ ਕੀ ਹੋ ਗਿਆ ਆਪਣੇ ਕੋਲ ਐਕਸੈਸਿਵ ਰੀਏਜੈਂਟ।